ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਹਿਮ ਵਿਚਾਰ ਸ੍ਰੀ ਅੰਗਦ ਠਾਨਾ। ਬੜੇ ਪੁੱਤਰਾਂ ਸੋ ਬਾਕ ਬਖਾਨਾ। ਦਾਸੋ ਇਸ ਕੇ ਸੰਗ ਸੋ ਜਾਵੋ। ਪ੍ਰੇਤ ਬਿਡਾਰ ਸੋ ਗ੍ਰਾਮ ਬਸਾਵੋ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿਮ ਵਿਚਾਰ ਸ੍ਰੀ ਅੰਗਦ ਠਾਨਾ। ਬੜੇ ਪੁੱਤਰ ਸੋ ਬਾਗ ਬਖਾਨਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ 12 ਬਖਸ਼ਿਸ਼ਾਂ ਦਿੱਤੀਆਂ, ਉਸ ਵੇਲੇ ਭਾਈ ਗੋਂਦਾ ਜਿਹੜਾ ਉਹ ਸਤਿਗੁਰੂ ਦੇ ਚਰਨਾਂ 'ਚ ਆਇਆ, ਆ ਕੇ ਅਰਦਾਸ ਬੇਨਤੀ ਕੀਤੀ, ਮੇਰਾ ਨਗਰ ਉੱਜੜ ਗਿਆ ਹੈ। ਲੋਕ ਕਹਿੰਦੇ ਨੇ ਉੱਥੇ ਭੂਤ ਰਹਿੰਦੇ ਨੇ, ਪ੍ਰੇਤ ਰਹਿੰਦੇ ਨੇ, ਔਰ ਡਰਦਾ ਹੋਇਆ ਉੱਥੇ ਕੋਈ ਘਰ ਨਹੀਂ ਬਚਿਆ, ਕੋਈ ਉੱਥੇ ਵਸਣਾ ਚਾਹੁੰਦਾ ਹੀ ਨਹੀਂ। ਅਤੇ ਸਤਿਗੁਰੂ ਜੀ ਮੈਨੂੰ ਭਰੋਸਾ ਹੈ ਜੇ ਤੁਸੀਂ ਚਰਨ ਪਾਓਗੇ ਉਹ ਥਾਂ ਵੀ ਪਵਿੱਤਰ ਹੋ ਜਾਣੀ, ਥਾਂ ਵਸ ਵੀ ਜਾਣੀ, ਮੇਰਾ ਨਗਰ ਵਸਾ ਦਿਓ। ਜਿੰਨੇ ਥਾਂ ਜਿੰਨੀ ਜ਼ਮੀਨ ਉੱਥੇ ਤੁਸੀਂ ਲੈਣਾ ਚਾਹੁੰਦੇ ਹੋ, ਜਿੰਨੀ ਮਰਜ਼ੀ ਲੈ ਲਓ, ਪਰ ਉਹ ਨਗਰ ਵਸ ਜਾਏ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇੱਥੇ ਵਿਚਾਰ ਕੀਤੀ, ਕਿਉਂਕਿ ਜਿਹੜਾ ਵੱਡਾ ਪੁੱਤਰ ਦਾਸੂ ਹੈ ਉਹ ਵੀ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ 'ਚ ਅੱਗੇ ਗੁਰਤਾ ਗੱਦੀ ਮੈਨੂੰ ਮਿਲੇ। ਕੁਝ ਦਾਸੂ ਦੇ ਤਾਂ ਪੱਖੇ ਵੀ ਨੇ ਕਿ ਗੁਰਤਾ ਗੱਦੀ ਇਹਨਾਂ ਪੁੱਤਰਾਂ ਨੂੰ ਹੀ ਮਿਲਣੀ ਚਾਹੀਦੀ ਹੈ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਵਿਚਾਰ ਕੀਤੀ ਕਿ ਇੱਕ ਤਾਂ ਇਹਨਾਂ ਦੀ ਪਰਖ ਵੀ ਹੋ ਜਾਏਗੀ, ਅਤੇ ਜਿਹੜੇ ਇਹਨਾਂ ਦੇ ਪੱਖੀ ਨੇ ਉਹਨਾਂ ਨੂੰ ਵੀ ਸਮਝ ਲੱਗ ਜਾਏਗੀ ਕਿ ਇਹ ਗੁਰਤਾ ਗੱਦੀ ਰਾਜਿਆਂ ਮਹਾਰਾਜਿਆਂ ਵਾਲੀ ਕੋਈ ਗੱਦੀ ਨਹੀਂ ਕਿ ਪਿਓ ਤੋਂ ਬਾਅਦ ਪੁੱਤਰਾਂ ਨੂੰ ਮਿਲੇਗੀ। ਇਹ ਵਿਚਾਰ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਦਾਸੂ ਨੂੰ ਇਸ ਤਰ੍ਹਾਂ ਬਚਨ ਕਹੇ ਨੇ, ਦਾਸੋ ਇਸ ਕੇ ਸੰਗ ਸੋ ਜਾਵੋ। ਪ੍ਰੇਤ ਬਿਡਾਰ ਸੋ ਗ੍ਰਾਮ ਬਸਾਵੋ। ਵੱਡੇ ਪੁੱਤਰ ਦਾਸੂ ਨੂੰ ਕੋਲ ਬੁਲਾਇਆ, ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਦਾਸੂ ਆਹ ਦੇਖ ਭਾਈ ਗੋਂਦਾ ਆਇਆ ਹੈ, ਇਹ ਕਹਿੰਦਾ ਸਾਡੇ ਪਿੰਡ ਵਿੱਚ ਭੂਤ ਨੇ, ਪ੍ਰੇਤ ਨੇ, ਪਿੰਡ ਉੱਜੜ ਗਿਆ ਹੈ, ਅਤੇ ਪੁੱਤਰ ਇਹਦੇ ਨਾਲ ਜਾਓ, ਜਾ ਕੇ ਇਹਨਾਂ ਦਾ ਪਿੰਡ ਵਸਾਓ। ਸੁਣ ਕੇ ਕਹਿਤ ਭਇਓ ਨਹਿ ਜਾਊਂ। ਭੂਤ ਪ੍ਰੇਤ ਮੈਂ ਹੈ ਕੁਤੂ ਬਸਾਊਂ। ਇਹ ਸੁਣ ਕੇ ਬਾਬਾ ਦਾਸੂ ਜੀ ਨੇ ਬਿਲਕੁਲ ਕੋਈ ਵੱਲ ਨਹੀਂ ਪਾਇਆ, ਕੋਈ ਬਹਾਨਾ ਨਹੀਂ ਲਾਇਆ, ਸਿੱਧਾ ਹੀ ਕਹਿੰਦਾ ਸਤਿਗੁਰੂ ਜੀ ਮੈਂ ਤਾਂ ਨਹੀਂ ਜਾਂਦਾ,
ਗੁਰੂ ਪਿਤਾ ਜੀ ਉੱਥੇ ਭੂਤਾਂ ਪ੍ਰੇਤਾਂ ਦੇ ਵਿੱਚ ਜਾ ਕੇ ਮੈਂ ਕਿਉਂ ਵਸਾਂ। ਹਮਰੋ ਗ੍ਰਾਮ ਖਡੂਰ ਰਹਿਣ ਕੋ, ਇਸ ਕੋ ਤਿਆਗਤ ਜਾਉ ਤਹਿ ਨਾ ਕੋ। ਸਾਡਾ ਪਿੰਡ ਖਡੂਰ ਸਾਹਿਬ ਦੇ ਵਿੱਚ ਹੈ, ਖਡੂਰ ਸਾਹਿਬ ਸਾਡਾ ਘਰ ਹੈ। ਆਪਣਾ ਪਿੰਡ ਆਪਣਾ ਘਰ ਛੱਡ ਕੇ ਮੈਂ ਭਲਾ ਉੱਥੇ ਕਿਵੇਂ ਜਾ ਕੇ ਵਸ ਸਕਦਾ। ਮੈਂ ਤੇ ਨਹੀਂ ਜਾਣਾ ਜੀ। ਐਸੇ ਥਾਨ ਪਠਾਵਣ ਲਾਗੇ, ਹੁਣ ਚਾਹੇ ਕੋ ਬਸੇ ਨਾ ਸਭ ਹੁਣ ਤਿਆਗੇ। ਸਤਿਗੁਰੂ ਜੀ ਤੁਸੀਂ ਤਾਂ ਮੈਨੂੰ ਐਵੇਂ ਜਿਹੀ ਥਾਂ 'ਤੇ ਭੇਜਣ ਲੱਗੇ ਜਿੱਥੇ ਕੋਈ ਰਹਿੰਦਾ ਹੀ ਨਹੀਂ, ਨਾਲੇ ਆਪ ਇਹ ਕਹਿ ਰਿਹਾ ਕਿ ਉੱਥੇ ਕੋਈ ਵੀ ਨਹੀਂ ਰਹਿੰਦਾ। ਜਿੱਥੇ ਕੋਈ ਵੀ ਨਹੀਂ ਉੱਥੇ ਜਾ ਕੇ ਕੀ ਵਸਾਂਗਾ ਤੇ ਕੀ ਵਸਾਵਾਂਗਾ ਕਿਸੇ ਨੂੰ। ਮੋਤੇ ਤਹਾਂ ਨ ਜਾਏ ਹੋ ਜਾਏ, ਥਾਨ ਸਖਤ ਸੋ ਬਸੇ ਨ ਕਾਏ। ਸਾਰੇ ਲੋਕ ਉੱਥੋਂ ਜੇ ਛੱਡ ਕੇ ਚਲੇ ਗਏ ਨੇ, ਇਹਦਾ ਮਤਲਬ ਥਾਂ ਹੀ ਬੜੀ ਸਖਤ ਹੈ, ਉੱਥੇ ਕੋਈ ਵਸ ਹੀ ਨਹੀਂ ਸਕਦਾ। ਤੇ ਗੁਰੂ ਪਿਤਾ ਜੀ ਫਿਰ ਮੇਰੇ ਤੋਂ ਤਾਂ ਨਹੀਂ ਜੇ ਜਾਇਆ ਜਾਣਾ ਇਹ ਵਾਲੀ ਥਾਂ 'ਤੇ, ਮੈਂ ਕਿਵੇਂ ਵਸ ਜਾਵਾਂਗਾ। ਕਿਉਂਕਿ ਸਤਿਗੁਰੂ ਦੇ ਬਚਨਾਂ 'ਤੇ ਭਰੋਸਾ ਨਹੀਂ ਨਾ, ਕੇਵਲ ਪਿਤਾ ਜਾਣਦੇ ਨੇ ਕਿ ਪਿਤਾ ਜੀ ਕਹਿ ਰਹੇ ਨੇ। ਇਹਨਾਂ ਕੋ ਸਾਡਾ ਹੱਕ ਬਣਦਾ ਕਿ ਅਸੀਂ ਜਵਾਬ ਵੀ ਦੇ ਸਕਨੇ ਹਾਂ। ਮਹਾਬਲੇ ਤਹ ਦੇਵ ਸੁਣੇ ਹੈ, ਕਿਸ ਹੂੰ ਪਾਸ ਨਾ ਜਾਹੇ ਗਿਣੇ ਹੈ। ਬਾਬਾ ਦਾਸੂ ਜੀ ਕਹਿੰਦੇ ਨੇ ਗੁਰੂ ਪਿਤਾ ਜੀ ਮੈਂ ਤੋਂ ਸੁਣਿਆ ਹੈ, ਕੱਲੇ ਭੂਤ ਪ੍ਰੇਤ ਨਹੀਂ, ਬੜੇ ਬੜੇ ਮਹਾਬਲੀ ਦੈਂਤ ਰਹਿੰਦੇ ਨੇ, ਔਰ ਕਿੰਨੇ ਕੁ ਗਿਣਤੀ ਵਿੱਚ ਰਹਿੰਦੇ ਨੇ, ਕਿਸੇ ਤੋਂ ਗਿਣੇ ਵੀ ਨਹੀਂ ਗਏ ਅਜੇ ਤੱਕ। ਘਰ ਕੇ ਕੰਦੋ ਸਾਰਤ ਜਾਉਣ, ਭਈ ਰਹਿਣ ਢਾਹਤ ਹੈ ਤੌਣ। ਤੇ ਹੁਣੇ ਭਾਈ ਗੁੰਦੇ ਨੇ ਦੱਸਿਆ ਵੀ ਹੈ ਕਿ ਉੱਥੇ ਤੇ ਜਿਹੜਾ ਕੋਈ ਘਰ ਦੇ ਕਣ ਦਿਨ ਵਿੱਚ ਚਿਣਦਾ ਹੈ, ਮਿਹਨਤ ਕਰਦਾ ਹੈ, ਕੋਈ ਨਾ ਕੋਈ ਰਾਤ ਨੂੰ ਆ ਕੇ ਢਾਹ ਜਾਂਦਾ ਹੈ। ਉੱਥੇ ਮੈਂ ਘਰ ਕਿਵੇਂ ਬਣਾ ਲਵਾਂਗਾ। ਕਰੇ ਬਾਦ ਨ ਹੈ ਬਸਨੇ ਦੇਤ, ਕੈਸੇ ਹੋਵੇ ਕਰੇ ਨਿਕੇਤ। ਉਹ ਤੇ ਝਗੜਾ ਕਰਦੇ ਨੇ, ਉਹ ਤਾਂ ਲੋਕਾਂ ਨੂੰ ਡਰਾਉਂਦੇ ਨੇ, ਕਿਸੇ ਨੂੰ ਵਸਣ ਨਹੀਂ ਦਿੰਦੇ। ਉੱਥੇ ਘਰ ਕਿਵੇਂ ਬਣ ਸਕਦਾ ਹੈ। ਤਹ ਬਸ ਕਹਿ ਕੇ ਹਮ ਲੈਨੋ ਕਿਆ ਹੈ, ਸਗਲ ਪਦਾਰਥ ਦੀਏ ਇਹਾਂ ਹੈ। ਬਾਬਾ ਦਾਸੂ ਜੀ ਕਹਿੰਦੇ ਸਤਿਗੁਰੂ ਜੀ ਅਸੀਂ ਉਸ ਪਿੰਡ ਤੋਂ ਲੈਣਾ ਕੀ ਹੈ ਵਸ ਕੇ। ਉੱਥੇ ਸਾਨੂੰ ਪ੍ਰਮਾਤਮਾ ਨੇ, ਰੱਬ ਨੇ, ਪਰਮੇਸ਼ਰ ਨੇ, ਗੁਰੂ ਨੇ ਇੱਥੇ ਪਦਾਰਥ ਬਥੇਰੇ ਦਿੱਤੇ ਨੇ, ਸਾਨੂੰ ਕੀ ਲੋੜ ਕਿਤੇ ਹੋਰ ਜਾ ਕੇ ਵਸਾਉਣ ਦੀ। ਲਗੋ ਸੁਤ ਦਾਤੂ ਕੇ ਦਸਹੇਰ, ਫਿਰ ਆਣ ਫੁਰਮਾਇਓ ਫੇਰ। ਹੁਣ ਇਸ ਜਵਾਬ ਦਾ ਮਤਲਬ ਭਾਵ ਅਰਥ ਜੇ ਸਮਝਣਾ ਹੋਵੇ ਤੇ ਇਹ ਹੈ। ਬਾਬਾ ਦਾਸੂ ਜੀ ਕਹਿੰਦੇ ਲੋਕਾਂ ਤੋਂ ਅਸੀਂ ਕੀ ਲੈਣਾ ਹੈ, ਕੋਈ ਵਸੇ ਕੋਈ ਉਜੜੇ, ਸਾਨੂੰ ਤਾਂ ਸਾਡੀ ਥਾਂ ਮਿਲੀ ਹੋਈ, ਅਸੀਂ ਝਗੜੇ 'ਚ ਕਿਉਂ ਪੈਣਾ ਹੈ। ਜਦੋਂ ਜਵਾਬ ਦਿੱਤਾ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਛੋਟੇ ਪੁੱਤਰ ਦਾਤੂ ਜੀ ਨੂੰ ਬੁਲਾਇਆ, ਕੋਲ ਬੈਠੇ ਸਨ, ਦੇਖਿਆ। ਦਾਤੂ ਜੀ ਉਹਨੇ ਵੇਖ ਕੇ ਗੁਰੂ ਸਾਹਿਬ ਨੇ ਫਿਰ ਬਚਨ ਕੀਤੇ, ਬੜੋ ਭਰਾਤ ਨ ਹੈ ਜਾਏ ਤਿਹਾਰੋ, ਮਾਣ ਬਾਕ ਅਬ ਤੁਹੀਂ ਪਧਾਰੋ। ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਦਾਤੂ ਤੇਰਾ ਵੱਡਾ ਭਰਾ ਤੇ ਨਹੀਂ ਜਾਂਦਾ, ਤੇਰੇ ਵੱਡੇ ਭਰਾ ਨੇ ਤਾਂ ਸਾਡੇ ਬਚਨ ਨਹੀਂ ਮੰਨੇ। ਪੁੱਤਰ ਤੂੰ ਹੀ ਸਾਡੇ ਬਚਨ ਮੰਨ ਲੈ, ਸਾਡੀ ਗੱਲ ਮੰਨ ਲੈ, ਤੂੰ ਹੀ ਭਾਈ ਗੁੰਦੇ ਦੇ ਨਾਲ ਚਲਾ ਜਾ। ਖੱਤਰੀ ਬਿਣਤ ਕਰਤ ਉਚਾਰੀ, ਉੱਠਿਆ ਬਜਾਹੋ ਬਣੋ ਉਪਕਾਰੀ। ਆਪਣੇ ਵਾਸਤੇ ਨਹੀਂ ਤੇ ਘੱਟੋ ਘੱਟ ਇਹ ਦੇਖੇ ਖੱਤਰੀ ਗੁੰਦਾ ਖੱਤਰੀ ਆਇਆ ਹੈ, ਇਹਨੇ ਬੇਨਤੀ ਕੀਤੀ ਹੈ ਭਾਈ ਇਹਦੇ ਵਾਸਤੇ ਪਰਉਪਕਾਰ ਕਰਨ ਵਾਸਤੇ ਚਲਾ ਜਾ। ਸਭ ਭੂਤਨ ਕੋ ਤਰਾਸ ਦਿਖਾਏ, ਨਿਰ ਉਪਾਦ ਕਰ ਗ੍ਰਾਮ ਬਸਾਏ। ਪੁੱਤਰ ਜਾਓ ਨਾ ਭੂਤਾਂ ਨੂੰ ਡਰਾ ਕੇ ਭਜਾਓ, ਜਾ ਕੇ ਇਹਨਾਂ ਦਾ ਪਿੰਡ ਜਿਹੜਾ ਗ੍ਰਾਮ ਉਹਨੂੰ ਬਸਾਓ। ਸੁਣੋ ਪਿਤਾ ਜੀ ਬਸੇ ਖਡੂਰ, ਤਹਾਂ ਜਾਣ ਕੇ ਕੌਣ ਜ਼ਰੂਰ। ਹੁਣ ਉਹ ਹੀ ਬੋਲ ਦਾਤੂ ਜੀ ਕਹਿੰਦੇ ਨੇ ਪਿਤਾ ਜੀ ਚੰਗੇ ਭਲੇ ਆਪਾਂ ਦੇ ਖਡੂਰ ਵਸਨੇ, ਸਾਨੂੰ ਜ਼ਰੂਰਤ ਨਹੀਂ ਕਿਤੇ ਹੋਰ ਜਾਣ ਦੀ, ਅਸੀਂ ਗੁੰਦੇ ਦੇ ਪਿੰਡ ਤੋਂ ਕੀ ਲੈਣਾ ਹੈ।
ਵੈਸੇ ਸਦਨ ਗੋਬਿੰਦ ਗੁਣ ਗਾਵੈ, ਨਿਜ ਕਾਰਜ ਹਿਤ ਬਹੁ ਚਲੇ ਆਵੈ। ਸਤਿਗੁਰੂ ਜੀ ਅਸੀਂ ਕਿਸੇ ਤੋਂ ਕੀ ਲੈਣਾ ਹੈ? ਅਸੀਂ ਇੱਥੇ ਬੈਠੇ ਆਪਣੇ ਘਰ ਦੇ ਵਿੱਚ ਉਸ ਪਰਮੇਸ਼ਰ ਦੇ ਗੁਣ ਗਾ ਰਹੇ ਹਾਂ, ਔਰ ਲੋਕ ਸਗੋਂ ਆਪਣੇ ਕਾਰਜਾਂ ਵਾਸਤੇ, ਕਾਰਜਾਂ ਦੀ ਸਫਲਤਾ ਵਾਸਤੇ ਸਾਡੇ ਕੋਲ ਆਪ ਚੱਲ ਕੇ ਆਉਂਦੇ ਨੇ। ਸਾਨੂੰ ਕਿਤੇ ਜਾਣ ਦੀ ਕੀ ਲੋੜ ਹੈ? ਕਿਉਂਕਿ ਅੰਦਰ ਇੱਕ ਮਾਣ ਤੇ ਹੰਕਾਰ ਹੈ ਨਾ, ਅਸੀਂ ਗੁਰੂ ਪੁੱਤਰ ਹਾਂ। ਕਿਸ ਕਿਸ ਸੰਗ ਆਪ ਚਲ ਜਾਵੂੰ, ਕਿਆ ਹਮਕੋ ਉਜਰੋ ਕੇ ਬਸਾਵੂੰ। ਸਤਿਗੁਰੂ ਜੀ ਕਿੰਦੇ ਕਿੰਦੇ ਨਾਲ ਚੱਲ ਕੇ ਜਾਓਗੇ, ਕਿੰਦੇ ਕਿੰਦੇ ਨਾਲ ਸਾਨੂੰ ਭੇਜੋਗੇ, ਕਿਹੜੇ ਕਿਹੜੇ ਉਜੜੇ ਹੋਏ ਥਾਂ ਨੂੰ ਵਸਾਵਾਂਗੇ। ਹੁਣ ਕੋਈ ਵਸੇ ਕੋਈ ਉਜੜੇ, ਅਸੀਂ ਕੀ ਲੈਣਾ ਹੈ? ਸੁਣ ਸੁਤ ਦੋਇਣ ਤੇ ਇਮ ਬੈਣ, ਅਮਰਦਾਸ ਕੇ ਦਿਸ ਕਰ ਨੈਣ। ਦੂਸਰੇ ਪੁੱਤਰ ਤੋਂ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾ ਭਰੇ ਨਜ਼ਰ ਜਿਹੜੀ ਬਾਬਾ ਅਮਰਦਾਸ ਜੀ ਵੱਲੇ ਕੀਤੀ। ਕਹਿਓ ਜਾਹੋ ਪੁਰਖਾ ਤੁਮ ਤਹਾਂ, ਬਾਸਾ ਭੂਤ ਪ੍ਰੇਤ ਕੋ ਜਹਾਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਈ ਪੁਰਖਾ ਤੁਸੀਂ ਜਾਓ। ਉੱਥੇ ਇਹ ਸਿੱਖ ਆ ਕੇ ਕਹਿੰਦਾ ਕਿ ਭੂਤਾ ਪ੍ਰੇਤਾਂ ਦਾ ਵਸ ਹੈ, ਤੁਸੀਂ ਜਾਓ ਉੱਥੇ। ਕਰੋ ਬਸਾਵਣ ਸੁੰਦਰਪੁਰੀ, ਜਨ ਗੁਰ ਕੀਰਤ ਕੀ ਹੋਏ ਪੁਰੀ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਸੋਹਣੀ ਨਗਰੀ ਜਾ ਕੇ ਵਸਾਓ, ਕਿ ਗੁਰੂ ਦੀ ਕੀਰਤੀ ਜਿੱਥੇ ਹੋਵੇ, ਗੁਰੂ ਦਾ ਧਾਮ ਹੋਵੇ, ਗੁਰੂ ਦਾ ਘਰ ਹੋਵੇ, ਇਵੇਂ ਦੀ ਸੋਹਣੀ ਜਿਹੀ ਨਗਰੀ ਬਣਾ ਕੇ ਵਸਾਓ। ਮੁਖ ਤੇ ਅੱਖਰ ਨਿਕਸੇ ਆਦੇ, ਸੁਣ ਤਿਆਰ ਹੋਇਓ ਕਟ ਬੰਦੇ। ਕਹਿੰਦਾ ਹਜੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗੱਲ ਕਰ ਹੀ ਰਹੇ ਸਨ, ਪੂਰੀ ਗੱਲ ਕੀਤੀ ਵੀ ਨਹੀਂ। ਧੰਨ ਬਾਬਾ ਅਮਰਦਾਸ ਜੀ ਨੇ ਅੱਧੀ ਗੱਲ ਸੁਣੀ, ਉਸੇ ਵੇਲੇ ਉੱਠ ਕੇ ਖਲੋ ਗਏ ਜੀ, ਕਮਰ ਕੱਸਾ ਬੰਨ ਲਿਆ। ਹਾਥ ਜੋਰ ਬੂਝੀ ਬਿਦ ਕੈਸੇ, ਜਸ ਆਏ ਸੋ ਹੋਏ ਰਜਪੁਰ ਤੈਸੇ। ਕਮਰ ਕੱਸਾ ਬੰਨ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਹੁਕਮ ਦਿਓ, ਕਿਰਪਾ ਕਰਕੇ ਸਮਝਾਓ ਕਿ ਕਿਸ ਤਰ੍ਹਾਂ ਕਰਨਾ, ਕਿਹੜੇ ਢੰਗ ਦੇ ਨਾਲ ਕਰਨਾ। ਜਿਵੇਂ ਆਪ ਜੀ ਦੀ ਆਗਿਆ ਹੋਵੇ, ਹੁਕਮ ਹੋਵੇ, ਉਸੇ ਤਰ੍ਹਾਂ ਕਰਾਂਗਾ। ਕਹਿਓ ਗੁਰੂ ਪੂਰਬ ਦਿਸ ਜੋਏ, ਕਰੋ ਖਨਾਵਨ ਨਿੱਕੇ ਸੋਈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪੁਰਖਾ ਜਦੋਂ ਇਹਦੇ ਪਿੰਡ ਜਾਏਗਾ ਨਾ, ਉੱਥੇ ਖਲੋ ਕੇ ਵੇਖੇ ਜਿਹੜੀ ਪੂਰਬ ਵਾਲੀ ਦਿਸ਼ਾ ਹੈ, ਪੂਰਬ ਵਾਲੇ ਪਾਸੋਂ ਪੱਟਣਾ ਸ਼ੁਰੂ ਕਰਨਾ ਹੈ, ਪੂਰਬ ਵਾਲੇ ਪਾਸੋਂ ਘਰ ਬਣਾਉਣੇ ਸ਼ੁਰੂ ਕਰਨੇ ਨੇ। ਇੱਕ ਸਮ ਕਰਕੇ ਥਾਨ ਤਹਾਂ ਸੋ, ਬਸਬੇ ਕਾਰਨ ਰਚੋ ਆਵਾਸ। ਪਹਿਲਾਂ ਤਾਂ ਉਹਨੂੰ ਪੁੱਟ ਕੇ ਸਾਰੀ ਥਾਂ ਜਿਹੜੀ ਇੱਕੋ ਜਿਹੀ ਪੱਧਰੀ ਬਰਾਬਰ ਕਰਨੀ ਹੈ। ਫਿਰ ਉੱਥੇ ਵਸਣ ਦੇ ਵਾਸਤੇ ਸੋਹਣੇ ਸੋਹਣੇ ਘਰ ਬਣਵਾਓ, ਸੋਹਣੇ ਘਰ ਤਿਆਰ ਕਰਵਾਓ। ਸੁੰਦਰ ਸ਼ਰੀ ਸੋ ਚੰਚਲ ਕਰਤੇ, ਅਮਰਦਾਸ ਕੋ ਦੀਨਸ ਕਰਤੇ। ਇੱਕ ਬੜੀ ਸੋਹਣੀ ਛੜੀ ਸੋਟੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਨੂੰ ਐਨ ਘੁਮਾਉਂਦਿਆਂ ਹੋਇਆ ਨਾ, ਚੰਚਲ ਕਰਦਿਆਂ ਹੋਇਆ ਧੰਨ ਬਾਬਾ ਅਮਰਦਾਸ ਜੀ ਨੂੰ ਦਿੱਤੀ, ਨਾਲੇ ਬਚਨ ਗਏ। ਇਹ ਲੈ ਜਾਹੋ ਸਮੁਖ ਤਿਨ ਹੋਏ, ਕਰੋ ਦਿਖਾਵਣ ਰਹੇ ਨਾ ਕੋਏ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਪੁਰਖਾ ਛੜੀ ਲੈ ਜਾਓ, ਬਸ ਜਿਹੜੇ ਪਾਸੇ ਨੂੰ ਕਰਕੇ ਛੜੀ ਘੁਮਾ ਦਿਓ ਕਿ ਕੋਈ ਨਹੀਂ ਅੱਗੇ ਅੜੇਗਾ, ਕੋਈ ਅੱਗੇ ਆਵੇਗਾ ਨਹੀਂ, ਕੋਈ ਰਹੇਗਾ ਹੀ ਨਹੀਂ। ਔਰ ਅਸਲ ਵਿੱਚ ਗੱਲ ਛੜੀ ਦੀ ਨਹੀਂ, ਸੋਟੀ ਦੀ ਨਹੀਂ, ਗੱਲ ਤਾਂ ਗੁਰੂ ਦੇ ਬਚਨਾਂ ਦੀ ਹੈ। ਛੜੀ ਦੇ ਵਿੱਚ ਵੀ ਬੋਲਦੇ ਤੇ ਗੁਰੂ ਸਾਹਿਬ ਦੇ ਬਚਨ ਨੇ, ਭਾਵੇਂ ਉਹ ਛੜੀ ਪੰਜੋਖਰਾ ਸਾਹਿਬ ਵਾਲੀ ਹੋਵੇ ਕਿ ਛੱਜੂ ਝੂਰ ਦੇ ਸਿਰ ਉੱਤੇ ਗੁਰੂ ਸਾਹਿਬ ਜੀ ਰੱਖਦੇ ਨੇ ਕਿ ਭਾਈ ਬੋਲ ਇਹਨੂੰ ਗੀਤਾ ਦੇ ਅਰਥ ਕਰਕੇ ਸੁਣਾ। ਉਹ ਕਰਾਮਾਤ ਛੜੀ ਦੀ ਨਹੀਂ, ਅਸਲ ਵਿੱਚ ਉਹ ਤਾਂ ਬਰਕਤ ਗੁਰੂ ਦੇ ਬਚਨਾਂ ਦੀ ਹੈ। ਭਈ ਛੜੀ ਲੈ ਜਾ ਭਾਈ, ਭਾਈ ਪੁਰਖਾ ਜਿੱਧਰ ਕਰੇਗਾ ਛੜੀ, ਕੋਈ ਭੂਤ ਕੋਈ ਪ੍ਰੇਤ ਜਿੰਨ ਅੱਗੇ ਉੱਥੇ ਖਲੋਏਗਾ ਨਾ, ਭੱਜ ਜਾਣਗੇ।
जह जह चरण तुहारो फिरहे, होए अशुभ तिसको शुभ करहे। सतगुरु कहते हैं भाई पुरखा जिथे जिथे तेरे चरण पैणगे, भावें किन्ने भी थां लोग उन्होंने अशुभ कहते होण, माड़े कहते होण, कलैणी कहते होण, वो थां भागा वाली हो जाएगी। निज निवास हित रचो आवास, नर भिखिया करे सुबास। जिथे लोगों के वसन वास्ते घर बनाने ने ना, सतगुरु कहते हैं भाई पुरखा अपने रहन वास्ते भी सोहना जिहा घर अपने वास्ते भी बनाना है, कि लोग उत्थे वेखण आके वासा करन, पहलों तुसी वसो फिर तुहानूं वेख के होर लोग भी आउणगे। यह गुंदा खतरे धनवान, करे जनावण महल महान। सतगुरु कहते ने भाई पुरखा घर जिहड़े ने बड़े रीझ ला के सोहने सोहने बनाने ने, खर्चा जिन्ना मर्जी आ जाए, क्योंकि भाई गुंदा खतरी जिहड़ा बड़ा धनवान, बड़ा अमीर, पैसे खुले वरतेगा, पैसे वालों सरफा नहीं रखना, घर सोहने बनाने ने, खुले खुले बनाने ने। नाम इसे के परपुर नामू, रचो रुचर बसबे हित धामू। धन बाबा अमरदास जी कहते हैं सतगुरु जी पिंड का नाम की है। धन गुरु अंगद देव जी कहते भाई नाम रखना है, तो की रखना है भाई, ये जिहड़ा सिख आया भाई गुंदा खतरी, इनके नां ते रख दी गोविंदवाल। और क्योंकि धन गुरु अमरदास महाराज जी उत्थे चरण पे उत्थे रहे, अज सिख उस स्थान नूं प्यार दे नाल कहंदे ने, सत्कार नाल कहंदे ने गोविंदवाल साहिब। वो सोहणे घर बनाने ने, सूरी नगरी वसाउणी है। करत फरेब सो दासू दातू, सुन प्रेतन को यह डर पातू। दासू ते दातू अपने वालों फरेब बथेरे करते सन, असीं गुरु पिता की आग्ञा मनने हाँ, सेवा करने हाँ, पर भूता प्रेता का नाम सुनते डर गए, गुरु साहब के बचनों पर भरोसा ही नहीं किया। नाहे ना जानते गुरु प्रताप, करनहार को जाने आप। असल विच पुत्रा ने सतगुरु के प्रताप नूं जाने ही नहीं, वो अपने आप को समझते हैं कि घर असीं बनाने ने, कि शायद असीं करने वाले हैं। ये नहीं पता कि कराउण वाला भी ही गुरु है, तो करने वाला भी आप ही गुरु है। या ते इनको त्रास महानो, करण करावण गुरु तुम जानो। इस करके भाई तो डरते ने, इन्होंने समझा कि असीं करने वाले हैं, पर भाई पुरखा तू जानना है कि गुरु करने वाला है, गुरु कराउण वाला है, इस गल नूं तू समझना है। इम समझाए संग तिस कीनो, तब श्री अमर चले रस पीनो। इस तरह समझा के धन बाबा अमरदास जी नूं भाई गुंद दे नाल तोर दिता, और धन गुरु अंगद देव महाराज जी की आग्ञा लैके नमस्कार करके बड़े प्रेम दे विच भिज के बाबा अमरदास जी चल पे। और चले किवें जी, प्रेम तरोवर उर के माही, शरदा आल बाल है जाही। धन बाबा अमरदास जी का हिरदा प्रेम दे विच भिजया पिया है। इस तरह जिवें रुख प्रेम दा होवे ते शरदा उत्थे जिहड़ी है चार सफेरे आके नीवी उगी होवे, फल भर के होवे। गुर आयस के नित अनुसारे, यही संचपे को बरबारे। धन बाबा अमरदास जी सदा ही गुरु के आग्ञा विच चलते हैं, गुरु के हुक्म अनुसार चलते हैं। बस यही है एक प्रेम का जल जिहड़ा उस प्रेम के रुख नूं लाया जाता, जिन्हों प्रेम का फल लगता है। निस दिन चितवन बाल कल है, दृढ़ जर सदा भगत महर है। बाबा अमरदास जी दिन रात धन गुरु अंगद देव महाराज जी के चरणों अपने हिरदे च वसा के रखते हैं। दिन रात चरणों की सेवा करते हैं, सिमरन करते हैं। सत संतोख आदि गुण सारे, चहूँ दिसन बिसरत सो डारे।
ਧੰਨ ਬਾਬਾ ਅਮਰਦਾਸ ਜੀ, ਜਿਨ੍ਹਾਂ ਵਿੱਚ ਸਤ, ਸੰਤੋਖ, ਦਇਆ, ਧਰਮ ਆਦਿ ਸਾਰੇ ਗੁਣ ਅੰਦਰ ਭਰੇ ਪਏ ਨੇ, ਚੰਗੀ ਤਰ੍ਹਾਂ ਵਸਦੇ ਨੇ। ਚੱਲ ਪਏ ਸਮੇਂ ਨੀਰ ਭਰੇ ਆਵਾ, ਆਤਮ ਗਿਆਨ ਮਹਾ ਫਲ ਲਾਗੇ, ਰਸ ਆਨੰਦ ਪ੍ਰਾਪਤ ਵਡ ਭਾਗੇ। ਕਹਿੰਦੇ ਧੰਨ ਬਾਬਾ ਅਮਰਦਾਸ ਜੀ ਜਿਹੜੇ ਆਤਮ ਗਿਆਨ ਕਰਕੇ ਅੰਦਰ ਜਿਹੜਾ ਫਲ ਰੂਪੀ ਆਤਮ ਗਿਆਨ ਹੈ ਉਹ ਭਰਿਆ ਪਿਆ ਹੈ, ਆਨੰਦ ਦੇ ਵਿੱਚ ਭਿੱਜੇ ਨੇ। ਅਸ ਤਰ ਪ੍ਰੇਮ ਵਰਤਿਓ ਭਾਉ, ਉਰ ਸ੍ਰੀ ਅਮਰ ਅਚਲ ਬਰਥਾਉ। ਹੁਣ ਧੰਨ ਬਾਬਾ ਅਮਰਦਾਸ ਜੀ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਉੱਥੋਂ ਚੱਲਣ ਲੱਗੇ ਨੇ। ਚੱਲ ਪਏ ਸਮੇਂ ਨੀਰ ਭਰੇ ਆਵਾ, ਨਮੋ ਕਰਤ ਪਦ ਪਦਮ ਭਿਗਾਵਾ। ਚੱਲਣ ਲੱਗਿਆ, ਕਹਿੰਦੇ ਸਤਿਗੁਰੂ ਜੀ ਦੇ ਚਰਨਾਂ 'ਚ ਜਦੋਂ ਬਾਬਾ ਅਮਰਦਾਸ ਜੀ ਨੇ ਨਮਸਕਾਰ ਕੀਤੀ, ਅੱਖਾਂ ਦੇ ਵਿੱਚੋਂ ਜਿਹੜਾ ਵਿਛੋੜਾ ਪੈਣਾ ਸਰੀਰ ਕਰਕੇ, ਉਹ ਪ੍ਰੇਮ ਦਾ ਜਲ, ਉਹ ਕਹਿ ਲਈਏ ਕਿ ਜਿਹੜਾ ਵਿਛੋੜੇ ਦਾ ਜਲ ਹੈ ਉਹ ਅੱਖਾਂ ਦੇ ਵਿੱਚੋਂ ਤੁਰ ਪਿਆ ਹੈ। ਗੁਰੂ ਸਾਹਿਬ ਦੇ ਚਰਨ ਜਿਹੜੇ ਨੇ ਨੀਰ ਦੇ ਨਾਲ ਧੋ ਦਿੱਤੇ। ਮਿਲਿਓ ਰਹਿਓ ਬੀਤਿਓ ਚਿਰਕਾਲ, ਵਿਛੜਨ ਤੇ ਦੁੱਖ ਲਹਿਓ ਵਿਸਾਲ। ਕਿਉਂਕਿ ਤਕਰੀਬਨ 12 ਸਾਲ 12ਵਾਂ ਸਾਲ ਲੱਗਿਆ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿੰਦੇ ਨੇ। 11 ਸਾਲ ਹੋ ਗਏ ਨੇ, ਔਰ ਅੱਜ ਵਿਛੜਨਾ ਹੈ, ਪਹਿਲੀ ਵਾਰੀ ਕਿਤੇ ਦੂਰ ਜਾਣਾ ਹੈ, ਇਸ ਕਰਕੇ ਥੋੜੇ ਜਿਹੇ ਅੰਦਰੋਂ ਵਿਆਕਲ ਨੇ, ਵਿਛੋੜਾ ਪੈਣਾ ਹੈ। ਪੁਨ ਧੀਰਜ ਦੇ ਅਧਿਕ ਗੁਸਾਈ, ਕਰਿਓ ਪਠਾਵਣ ਕੋ ਤਿਸ ਥਾਈ। ਔਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਧੀਰਜ ਦਿੱਤਾ। ਭਾਈ ਪੁਰਖਾ, ਸਰੀਰਾਂ ਕਰਕੇ ਦੂਰ ਹੋਵਾਂਗੇ, ਕੁਝ ਜਗ੍ਹਾ ਕਰਕੇ ਥੋੜਾ ਜਿਹਾ ਦੂਰ ਹੋਵਾਂਗੇ, ਪਰ ਅਸੀਂ ਤੁਹਾਡੇ ਨਾਲ ਹੀ ਹਾਂ। ਗੁਰ ਸਨਮੁਖ ਮੁਖ ਰਾਖ ਪਿਆਨਾ, ਪਾਛਲ ਦਿਸ਼ਾ ਧਰਤ ਪੱਗ ਜਾਨਾ। ਧੰਨ ਬਾਬਾ ਅਮਰਦਾਸ ਜੀ ਹੁਣ ਦੇਖੋ ਚੱਲੇ ਨੇ, ਤੇ ਕਿੰਨੇ ਪਿਆਰ ਦੇ ਵਿੱਚ ਚੱਲੇ ਨੇ। ਆਪਣੇ ਗੁਰੂ ਦਾ ਕਿੰਨਾ ਸਤਿਕਾਰ ਹੈ ਕਿ ਜਾਣਾ ਹੈ ਪਰ ਗੁਰੂ ਵਾਲੇ ਪਾਸੇ ਪਿੱਠ ਨਾ ਹੋਵੇ। ਚੱਲ ਪਏ ਨੇ, ਪਿਛਲੇ ਪੈਰ ਚੱਲੇ ਨੇ, ਮੁਖ ਜਿਹੜਾ ਹੈ ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵੱਲੇ ਰੱਖਿਆ ਹੈ। ਇਸ ਪ੍ਰਕਾਰ ਸੁਤ ਪਰਖਣ ਕਰੇ, ਭਰਮ ਸਰਬ ਸਿੱਖਣ ਕੇ ਹਰੇ। ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਵੀ ਸੰਗਤਾਂ ਦੇ ਸਾਹਮਣੇ ਕੀਤੀ ਕਿ ਜਿਹੜੇ ਦਾਸੂ ਜੀ ਦੇ ਪੱਖ ਵਿੱਚ ਸਨ ਕਿ ਗੁਰਤਾ ਗੱਦੀ ਇਹਨਾਂ ਨੂੰ ਮਿਲੇ, ਉਹਨਾਂ ਦੇ ਵੀ ਸ਼ੰਕੇ ਦੂਰ ਹੋ ਗਏ ਕਿ ਨਹੀਂ, ਇਹ ਨਹੀਂ ਲਾਇਕ, ਇਹ ਯੋਗ ਹੀ ਨਹੀਂ, ਜਿਹੜੇ ਹੁਕਮ ਹੀ ਨਹੀਂ ਮੰਨ ਸਕਦੇ। ਜਾਣਤ ਭਏ ਕਰੇ ਬਹੁ ਸੇਵਾ, ਲੀਏ ਰਜਾਏ ਅਧਿਕ ਗੁਰ ਦੇਵਾ। ਉਹ ਸਿੱਖ ਜਾਣਦੇ ਸਨ ਗੱਲ ਚੰਗੀ ਤਰ੍ਹਾਂ, ਔਰ ਅੱਜ ਜਾਣ ਵੀ ਗਏ ਕਿ ਧੰਨ ਬਾਬਾ ਅਮਰਦਾਸ ਜੀ ਨੇ ਇਹ ਕਹਿ ਲਏ ਕਿ ਸਭ ਤੋਂ ਵੱਧ ਤੇ ਸਭ ਤੋਂ ਪਿਆਰ ਦੇ ਨਾਲ ਭੇਜ ਕੇ ਸੇਵਾ ਕੀਤੀ ਹੈ। ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ 'ਤੇ ਬੜੇ ਖੁਸ਼ ਨੇ। ਗੁਰ ਪਰਮੇਸ਼ਰ ਸੇਵ ਬਸੇ ਹੈ, ਜਿਨ ਕੇ ਹੰਤਾਰ ਦੇ ਨਸੇ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਪਰਮੇਸ਼ਰ ਦੀ ਸੇਵਾ ਵਸੀ, ਧੰਨ ਬਾਬਾ ਅਮਰਦਾਸ ਜੀ ਨੇ, ਕਿ ਜਿਨ੍ਹਾਂ ਨੇ ਸੇਵਾ ਕਰਕੇ ਅੰਦਰੋਂ ਹਉਮੈ ਦੂਰ ਕੀਤੀ ਹੈ, ਮੈਂ ਮੇਰੇ ਨੂੰ ਮਾਰਿਆ ਹੈ। ਕਿਉਂ ਨਾ ਹੋਏ ਤਿਨਕੇ ਅਨਕੂਲੇ, ਸਿਮਰੇ ਜੇ ਔਰ ਸਭ ਕੁਛ ਭੁੱਲੇ। ਤੇ ਸਿੱਖ ਵਿਚਾਰਾਂ ਵੀ ਕਰਦੇ ਨੇ ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਉਂ ਨਾ ਉਹਨਾਂ ਦੇ ਅਨੁਕੂਲ ਹੋਣ, ਕਿਉਂ ਨਾ ਉਹਨਾਂ 'ਤੇ ਪ੍ਰਸੰਨ ਹੋਣ, ਕਿ ਜਿਨ੍ਹਾਂ ਨੇ ਸਿਮਰਨ ਤੇ ਸੇਵਾ ਕੀਤੀ ਬਿਲਕੁਲ ਨਿਸ਼ਕਾਮ ਹੋ ਕੇ ਤੇ ਪ੍ਰੇਮ ਵਿੱਚ ਭਿੱਜ ਕੇ ਹੈ। ਹਮਰੋ ਪਿਤਾ ਪੁੱਤਰ ਹੰਕਾਰੈ, ਸੇਵ ਭਾਵ ਕੋ ਹਿਰਦੇ ਨਾ ਧਾਰੈ। ਹੁਣ ਉਹ ਸਿੱਖ ਜਿਹੜੇ ਬਾਬਾ ਦਾਸੂ ਜੀ ਦੇ ਪੱਖ ਦੇ ਵਿੱਚ ਸਨ ਕਿ ਗੁਰਤਾ ਗੱਦੀ ਤੇ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹ ਸਿੱਖ ਕਹਿੰਦੇ ਨੇ ਨਹੀਂ ਪਈ ਇਹਨਾਂ ਤੇ ਆਪਣੇ ਅੰਦਰ ਹੰਕਾਰ ਰੱਖਿਆ ਕਿ ਸਾਡਾ ਪਿਤਾ ਗੁਰੂ ਹੈ, ਅਸੀਂ ਗੁਰੂ ਦੇ ਪੁੱਤਰ ਹੈ, ਪਰ ਇਹਨਾਂ ਨੇ ਸੇਵਾ ਨਹੀਂ ਕੀਤੀ। ਸੇਵਾ ਤੇ ਛੱਡੋ, ਇਹਨਾਂ ਨੇ ਤਾਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ। ਭਰੀ ਸੰਗਤ ਵਿੱਚ ਸਿੱਧਾ ਜਵਾਬ ਦੇ ਦਿੱਤਾ ਹੈ ਕਿ ਸਾਡੇ ਤੋਂ ਨਹੀਂ ਜਾਇਆ ਜਾਂਦਾ।
ਜਿਮ ਸ੍ਰੀ ਨਾਨਕ ਦੀਨ ਸਦਾਸ, ਸ੍ਰੀ ਚੰਦ ਤਜ ਲਖਮੀ ਦਾਸ। ਸਿੱਖ ਆਪਸ ਵਿੱਚ ਵਿਚਾਰਾ ਕਰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਕਿਰਪਾ ਕੀਤੀ ਸੀ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹਨਾਂ ਵੀ ਨਹੀਂ ਸੀ ਹੁਕਮ ਮੰਨਿਆ, ਉਹਨਾਂ ਵੀ ਨਹੀਂ ਸੀ ਸੇਵਾ ਕੀਤੀ। ਦਾਸ ਨੇ ਸੇਵਾ ਕੀਤੀ, ਉਹ ਗੁਰਤਾ ਗੱਦੀ ਦਾਸ ਲੈ ਕੇ, ਸੇਵਕ ਲੈ ਕੇ। ਔਰ ਇਹ ਕੰਮ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਰਨਾ ਹੈ। ਤੈਸੇ ਇਨਹੂ ਕੀਨ ਸਭ ਜਾਨੀ, ਲਹਿਓ ਪਰਮ ਪਦ ਸੇਵਾ ਠਾਨੀ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਨੇ ਕੀਤਾ। ਔਰ ਜਾਣਦੇ ਨੇ ਕਿ ਇਹਨਾਂ ਨੇ ਧੰਨ ਬਾਬਾ ਅਮਰਦਾਸ ਜੀ ਨੇ ਸੇਵਾ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਸੇਵਾ ਦੇ ਵਿੱਚੋਂ ਸਿਮਰਨ ਨੂੰ ਇਹਨਾਂ ਨੂੰ ਲੱਭਿਆ ਹੈ। ਇਤਿਆਦਿਕ ਸਿੱਖ ਆਪਸ ਮਾਹੇ, ਸਿਰ ਗੁਰ ਕਰਹਿ ਅਨੁਚਤੇ ਨਾਹੇ। ਇਤਿਆਦਿਕ ਸਿੱਖ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਪਰ ਗੁਰੂ ਸਾਹਿਬ ਜੀ ਜੋ ਕਰਦੇ ਨੇ ਉਚਿਤ ਗੱਲ ਹੀ ਕਰਦੇ ਨੇ। ਇਹ ਕੋਈ ਅਨੁਚਿਤ ਨਹੀਂ ਕਿ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸੇਵਕਾਂ ਨੂੰ ਦੇ ਦੇਣਗੇ। ਗੁਰੂ ਸਾਹਿਬ ਜੀ ਸੱਚਮੁੱਚ ਉਚਿਤ ਕਰਮ ਹੀ ਕਰਦੇ ਨੇ, ਉਹੀ ਕਰਦੇ ਨੇ ਜੋ ਹੋਣਾ ਚਾਹੀਦਾ ਹੈ। ਇੱਥੇ ਕਵਿਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ 19ਵਾਂ ਅਧਿਆਇ ਇੱਥੋਂ ਸ਼ੁਰੂ ਕਰਦੇ ਫਿਰ ਲਿਖਦੇ ਨੇ। ਦੋਹਰਾ ਪਿਛੜ ਪਾਏ ਸ੍ਰੀ ਅਮਰ ਜੀ, ਗੁੰਦੇ ਕੇ ਸੰਗ ਜਾਏ। ਅਗਲਾ ਅਧਿਆਇ ਸ਼ੁਰੂ ਕਰਦੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕਰਕੇ ਭਾਈ ਗੋਂਦਾ ਜੀ ਦੇ ਨਾਲ ਪਿਛਲੇ ਪੈਰ ਚੱਲਦੇ ਨੇ। ਮੁੱਖ ਜਿਹੜਾ ਹੈ ਉਹ ਧੰਨ ਗੁਰੂ ਅੰਗਦ ਦੇਵ ਜੀ ਵੱਲੇ ਰੱਖਦੇ ਨੇ। ਸਣੇ ਸਣੇ ਮਗ ਚਲਤ ਹੈ, ਜਬ ਜੇ ਪਾਠ ਕਰਾਏ। ਕਹਿੰਦੇ ਪਿਛਲੇ ਪੈਰ ਚੱਲਦੇ ਨੇ ਪਰ ਇਹ ਆਰਾਮ ਨਾਲ ਹੌਲੀ ਹੌਲੀ ਚੱਲਦੇ ਨੇ। ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਹੈ। ਪ੍ਰੇਮ ਦੇ ਨਾਲ ਪਿਆਰ ਕਰਦੇ ਨੇ, ਹੌਲੀ ਹੌਲੀ ਪਿਛਲੇ ਪੈਰ ਹੀ ਚੱਲੇ ਜਾਂਦੇ ਨੇ। ਬ੍ਰਿਧ ਸਰੀਰ ਨਿਬਲ ਕਦ ਛੋਟਾ, ਪਰਮ ਵਿਸਾਲ ਸਭਨ ਤੇ ਉਟਾ। ਧੰਨ ਬਾਬਾ ਅਮਰਦਾਸ ਜੀ ਸਰੀਰ ਕਰਕੇ ਬਜ਼ੁਰਗ ਨੇ। 73-74 ਸਾਲ ਦੇ ਕਰੀਬ ਉਹਨਾਂ ਦੇ ਸਰੀਰ ਦੀ ਉਮਰ ਹੈ, ਜਿਹਦੇ ਕਰਕੇ ਸਰੀਰ ਕਮਜ਼ੋਰ ਵੀ ਹੈ। ਧੰਨ ਬਾਬਾ ਅਮਰਦਾਸ ਜੀ ਜਿਨ੍ਹਾਂ ਦਾ ਕੱਦ ਵੀ ਛੋਟਾ ਹੈ, ਪਰ ਕੱਦ ਛੋਟਾ ਹੈ, ਸਰੀਰ ਕਮਜ਼ੋਰ ਹੈ, ਉਨੇ ਹੀ ਜ਼ਿਆਦਾ ਅੰਦਰ ਪ੍ਰੇਮ ਹੈ। ਪ੍ਰੇਮ ਕਰਕੇ ਇਹ ਕਹਿ ਲਈਏ ਕਿ ਉਨੀ ਜ਼ਿਆਦਾ ਅੰਦਰ ਤਾਕਤਾਂ ਨੇ। ਤੀਨ ਕੋਸ ਪਰ ਜਬ ਹੀ ਗਏ, ਹਾਥ ਜੋਰ ਤਹਿ ਠਾਂਡੇ ਪਏ। ਔਰ ਇੰਨਾ ਪ੍ਰੇਮ 3 ਕੋਹ ਤੱਕ ਪਿਛਲੇ ਪੈਰ ਹੀ ਗਏ। ਮੂੰਹ ਜਿਹੜਾ ਉਹ ਖਡੂਰ ਸਭ ਵੱਲੇ ਹੀ ਰੱਖਿਆ। 3 ਕੋਹ ਜਾਂਦਿਆਂ ਤੱਕ ਜਪਜੀ ਸਾਹਿਬ ਜਿਹੜਾ ਸਾਰਾ ਪੜ੍ਹਿਆ ਗਿਆ। ਹੁਣ ਜਪਜੀ ਸਾਹਿਬ ਦਾ ਭੋਗ ਪਾਉਣਾ ਹੈ। ਸ਼ਲੋਕ ਪੜ੍ਹਦੇ ਨੇ। ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ। ਉੱਥੇ ਹੱਥ ਜੋੜ ਕੇ ਖਲੋਤੇ, ਜਪਜੀ ਸਾਹਿਬ ਦਾ ਭੋਗ ਪਾਇਆ, ਦੋਵੇਂ ਹੱਥ ਜੋੜ ਕੇ ਜਪਜੀ ਪਾਠ ਭੋਗ ਕੋ ਪਾਇਓ, ਸ੍ਰੀ ਅੰਗਤ ਰੂਪ ਬਸਾਇਓ। ਕਹਿੰਦੇ ਜਪਜੀ ਸਾਹਿਬ ਦਾ ਪਾਠ ਦਾ ਭੋਗ ਪਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੂਪ ਨੂੰ ਹਿਰਦੇ 'ਚ ਵਸਾਇਆ। ਇਹ ਕਹਿ ਦੇ ਕਿ ਜਿਵੇਂ ਆਪਾਂ ਅਰਦਾਸ ਕਰਨ ਉੱਥੇ ਅਰਦਾਸ ਕੀਤੀ। ਪਰੇ ਕਰੇ ਅਸ਼ਟਾਂਗ ਪ੍ਰਣਾਮੂ, ਸ੍ਰੀ ਗੁਰਦੇਵ ਕਿਰਪਾ ਗੁਣ ਧਾਮੂ। 3 ਕੋਹ ਤੇ ਜਾ ਕੇ ਜਿੱਥੇ ਜਪਜੀ ਸਾਹਿਬ ਦਾ ਭੋਗ ਪਾਇਆ, ਹੱਥ ਜੋੜ ਕੇ ਨਮਸਕਾਰ ਕੀਤੀ। ਫਿਰ ਧਰਤੀ ਦੇ ਉੱਤੇ ਸਿਰ ਰੱਖ ਕੇ ਦੋਵੇਂ ਹੱਥ ਧਰਤੀ ਤੇ ਲਾ ਕੇ, ਦੋਵੇਂ ਗੋਡੇ ਲਾ ਕੇ, ਮੱਥਾ ਤੇ ਨੱਕ ਲਾ ਕੇ, ਦੋਵੇਂ ਪੰਜੇ ਲਾ ਕੇ ਅਸ਼ਟਾਂਗ ਕੀਤੀ। ਅਸ਼ਟਾਂਗ ਦਾ ਅਰਥ ਹੁੰਦਾ ਕਿ 8 ਅੰਗ ਧਰਤੀ ਤੇ ਲਾ ਕੇ ਨਮਸਕਾਰ ਕੀਤੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉੱਥੇ ਨਮਸਕਾਰ ਕੀਤੀ। ਪੁਨਕਾਰ ਮੁਖ ਦਿਸ ਗੋਵਿੰਦਵਾਲ, ਗਮਣੇ ਪੰਥ ਨਿਰਭੈ ਤਿਸ ਕਾਲ। ਕਹਿੰਦੇ ਫਿਰ ਜਿਹੜਾ ਮੂੰਹ ਹੈ ਉਹ ਗੋਬਿੰਦਵਾਲ ਸਾਹਿਬ, ਜਿੱਥੇ ਭਾਵੇਂ ਨਾਮ ਬਾਅਦ ਵਿੱਚ ਰੱਖਿਆ, ਉਸ ਪਿੰਡ ਵਾਲੇ ਮੂੰਹ ਕੀਤਾ
ਤੇ ਫਿਰ ਧੰਨ ਬਾਬਾ ਅਮਰਦਾਸ ਜੀ ਭਾਈ ਗੋਂਦੇ ਦੇ ਨਾਲ ਉਸ ਪਾਸੇ ਨੂੰ ਮੂੰਹ ਕਰਕੇ ਚੱਲ ਪਏ। ਸ਼ਰੇ ਗੁਰੂ ਕੇ ਕਰ ਧਾਰੇ, ਸਾਦਰ ਉੱਚੇ ਕਰੇ ਉਠਾਰੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਹੜੀ ਛੜੀ ਦਿੱਤੀ ਸੀ, ਬਾਬਾ ਅਮਰਦਾਸ ਜੀ ਨੇ ਬੜੇ ਸਤਿਕਾਰ ਦੇ ਨਾਲ ਰੱਖੀ। ਤੇ ਛੜੀ ਇਹ ਨਹੀਂ ਕਿ ਧਰਤੀ ਤੇ ਲਾਉਂਦਿਆਂ ਹੋਏ ਚੱਲਦੇ ਨੇ ਜਾਂ ਘੁਮਾਉਂਦੇ ਹੋਏ ਜਾ ਰਹੇ ਨੇ, ਉਹ ਬੜੇ ਪਿਆਰ ਦੇ ਨਾਲ ਹੱਥ ਦੇ ਨਾਲ ਉੱਤੇ ਕਰਕੇ ਰੱਖੀ, ਮੋਢਿਆਂ ਤੋਂ ਉੱਤੇ ਸਿਰ ਵਾਲੇ ਪਾਸੇ ਕਰਕੇ ਆਪਣੋ ਹੱਥ ਅਗਾਰੇ। ਭੂਤ ਪ੍ਰੇਤ ਕੋ ਜਾਏ ਦਿਖਾਰੇ। ਸਾਰਾ ਪਿੰਡ ਲੰਘ ਕੇ ਉਸ ਪਿੰਡ ਵਿੱਚ ਪਹੁੰਚੇ ਗੋਬਿੰਦਵਾਲ ਸਾਹਿਬ। ਉੱਥੇ ਜਾ ਕੇ ਛੜੀ ਅੱਗੇ ਕੀਤੀ। ਹੁਣ ਭਾਵੇਂ ਭੂਤ ਪ੍ਰੇਤ ਕਿਸੇ ਨੂੰ ਨਹੀਂ ਸਨ ਦੱਸਦੇ, ਪਰ ਉਹ ਜਿਹੜੇ ਨੇ ਅੱਗੋਂ ਜਿਵੇਂ ਇੱਕਦਮ ਉਹਨਾਂ ਨੂੰ ਤਿਆਗ ਲੱਗੀ ਹੋਵੇ। ਪਰੇ ਤਪਤ ਦੇਰਗ ਤਿਨ ਮਾਹੀ, ਛਿਨ ਭਰ ਥਰਿਓ ਜਾਏ ਤਹਿ ਨਾਹੀ। ਜਦੋਂ ਛੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਗੇ ਕੀਤੀ, ਉਹਨਾਂ ਨੂੰ ਇੰਨੀ ਤਪਸ ਲੱਗੀ, ਇੰਨਾ ਸੇਕ ਲੱਗਿਆ ਕਿ ਜਿਵੇਂ ਸਰੀਰ ਤੇ ਭਾਵੇਂ ਨਹੀਂ, ਪਰ ਅੱਗ ਇੰਨੇ ਬਲਦੇ ਹੋਏ ਮਹਿਸੂਸ ਹੋਈ ਕਿ ਅਸੀਂ ਸੜ ਹੀ ਜਾਣਾ ਹੈ। ਉੱਥੇ ਖੜਾ ਨਹੀਂ ਸੀ ਉਹਨਾਂ ਤੋਂ ਹੋਇਆ ਜਾਂਦਾ। ਜਰੇ ਜਾਤ ਤਿੰਨ ਕੇਰ ਸ਼ਰੀਰਾ, ਭਏ ਅਧੀਰ ਸੰਭਾਰ ਨ ਚੀਰਾ। ਜਿਵੇਂ ਬੰਦਾ ਅੱਗ ਵਿੱਚ ਸੜਦਾ ਹੋਵੇ ਨਾ ਬੰਦੇ ਦਾ ਸਰੀਰ, ਹੁਣ ਉਹਨਾਂ ਦੇ ਸਰੀਰ ਭਾਵੇਂ ਨਹੀਂ, ਪਰ ਉਹਨਾਂ ਨੂੰ ਮਹਿਸੂਸ ਇਸੇ ਤਰ੍ਹਾਂ ਹੋ ਗਿਆ ਸੀ ਅੱਗ ਵਿੱਚ ਸੜ ਗਏ। ਆਪਣੇ ਆਪ ਤੋਂ ਸੰਭਾਲੇ ਨਹੀਂ ਜਾਂਦਾ, ਹੌਸਲਾ ਨਹੀਂ ਧਰਦੇ। ਪਿਤਾ ਪੁੱਤਰ ਕੋ ਨਹਿਨ ਸੰਭਾਰੈ, ਭਰਾਤ ਪ੍ਰਾਤ ਕੋ ਸ਼ੋਰ ਪਧਾਰੈ। ਔਰ ਭੂਤ ਪ੍ਰੇਤ ਨੇ ਜੋ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਰਿਵਾਰਾਂ ਦੇ ਨਾਲ ਉੱਥੇ ਰਹਿੰਦੇ ਨੇ। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਛੜੀ ਅੱਗੇ ਕੀਤੀ, ਉਹ ਪਿਓ ਪੁੱਤਰ ਨੂੰ ਨਹੀਂ ਸੰਭਾਲਦਾ, ਭਰਾ ਭਰਾ ਨੂੰ ਛੱਡ ਛੱਡ ਕੇ ਭੱਜ ਰਿਹਾ ਕਿ ਇੱਥੋਂ ਭੱਜੋ। ਇਸਤਰੀ ਤਿਆਗ ਚੱਲੇ ਪਤ ਪ੍ਰੇਤ, ਕਿਤੇ ਪਰੇ ਤਾਰ ਹੋਏ ਅਚੇਤ। ਜਿਹੜੇ ਘਰ ਵਾਲੇ ਹੈ ਆਪਣੇ ਪਤੀ ਨੂੰ ਛੱਡ ਕੇ ਭੱਜ ਰਹੀ ਹੈ, ਪਤੀ ਘਰ ਵਾਲੇ ਨੂੰ ਛੱਡ ਕੇ ਭੱਜ ਰਿਹਾ ਹੈ। ਕੋਈ ਧਰਤੀ ਤੇ ਬੇਸੁੱਧ ਹੋ ਕੇ ਡਿੱਗ ਗਏ। ਹੱਲਾ ਚਲੇ ਐਸੇ ਤਿਨ ਪਰੇ, ਗਏ ਥਾਣ ਤਿਜ ਥਿਰੇ ਨ ਘਰੇ। ਕਹਿੰਦੇ ਉਹਨਾਂ ਪ੍ਰੇਤਾਂ ਵਿੱਚ ਤੇ ਹਲਚਲ ਮਚ ਗਈ, ਰੌਲਾ ਪੈ ਗਿਆ ਕਿ ਥਾਂ ਛੱਡ ਕੇ ਇੱਕ ਘੜੀ ਉੱਥੇ ਨਹੀਂ ਰੁਕਿਆ ਗਿਆ, ਉਸੇ ਵੇਲੇ ਪਿੰਡ ਤੋਂ ਬਾਹਰ ਹੋ ਗਏ। ਹਾਹਾਕਾਰਤ ਕਰਤ ਭੱਜ ਚੱਲੇ, ਸਕਲ ਦਿਸਨ ਹੋਏ ਸਕੇ ਨਾ ਖਲੇ। ਕਹਿੰਦੇ ਹਾਹਾਕਾਰ ਕਰਦੇ ਹੋਏ ਸਾਰੇ ਭੱਜ ਚੱਲੇ, ਚਾਰੇ ਪਾਸੇ ਹਾਹਾਕਾਰ ਮਚ ਗਈ, ਕਿਸੇ ਤੋਂ ਖੜਾ ਨਹੀਂ ਸੀ ਹੋਇਆ ਜਾਂਦਾ। ਜਿਉਂ ਜੋ ਸ਼ਰੇ ਹਿਲਾਵਣ ਕਰਹੀਂ, ਤਿਉਂ ਤੋਂ ਤਪਤ ਤਿਨਹੁ ਪਰ ਪਰਹੀਂ। ਜਿਵੇਂ ਤਿਵੇਂ ਬਾਬਾ ਅਮਰਦਾਸ ਜੀ ਛੜੀ ਨੂੰ ਹਿਲਾਉਂਦੇ ਨੇ, ਕਹਿੰਦੇ ਉਵੇਂ ਉਵੇਂ ਉਹਨਾਂ ਪ੍ਰੇਤਾਂ ਨੂੰ ਮਹਿਸੂਸ ਹੁੰਦਾ ਕਿ ਅੱਗ ਗਰਮੀ ਹੋਰ ਵੱਧ ਗਈ, ਹੋਰ ਸੜ ਗਏ। ਕੇਤਕ ਹੱਥ ਜੋਰ ਕਰ ਕਹਿ ਬਿਨੈ, ਤਜੋ ਹਮੇ ਨਹਿ ਨਾਹ ਕਹਿਣਾ। ਕਈ ਉੱਥੇ ਹੱਥ ਜੋੜ ਕੇ ਕਹਿੰਦੇ ਨੇ ਧੰਨ ਬਾਬਾ ਅਮਰਦਾਸ ਜੀ ਕਿਰਪਾ ਕਰੋ, ਇਸ ਛੜੀ ਨੂੰ ਹਿਲਾਓ ਨਾ, ਕਿਰਪਾ ਕਰੋ ਇਹ ਛੜੀ ਨੂੰ ਇੱਕ ਪਾਸੇ ਕਰ ਲਓ, ਅਸੀਂ ਛੱਡ ਕੇ ਥਾਂ ਨਗਰ ਚਲੇ ਜਾਵਾਂਗੇ, ਪਰ ਸਾਨੂੰ ਮਾਰਿਓ ਨਾ। ਹੁਣ ਜਿਵੇਂ ਇਹ ਬੇਨਤੀਆਂ ਕਰਦੇ ਨੇ ਗੁਰੂ ਅਮਰਦਾਸ ਜੀ ਨੇ, ਧੰਨ ਬਾਬਾ ਅਮਰਦਾਸ ਜੀ ਨੇ ਇਸ ਨਗਰ ਨੂੰ ਵਸਾਉਣਾ ਹੈ, ਉਹ ਪ੍ਰਸੰਗ ਆਪਾਂ ਅਗਲਾ ਕੱਲ੍ਹ ਸਾਂਝਾ ਕਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।